ਗਾਇਨੇਕੋਲੋਜਿਸਟ ਮੈਡਮ ਸੀਮਾ ਕੌਸ਼ਲ ਜੀ ਨਾਲ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਰੋਨਾ ਦਾ ਪ੍ਰਕੋਪ ਜਿਸ ਤਰ੍ਹਾਂ ਵੱਧ ਰਿਹਾ, ਜਿੰਨੇ ਕੇਸ ਆਏ ਨੇ ਕਾਫੀ ਕੇਸਾਂ ਦੇ ਵਿੱਚ ਜਿਹੜੀਆਂ ਗਰਭਵਤੀ ਔਰਤਾਂ ਨੇ ਉਹ ਕਰੋਨਾ ਪੋਜ਼ਿਟਿਵ ਆ ਰਹੀਆਂ ਨੇ। ਕੀ ਕਾਰਨ ਆ, ਇਸ ਸੰਬੰਧੀ ਮੈਡਮ ਨਾਲ ਗੱਲ ਕਰਾਂਗੇ। ਕੀ ਦਿੱਕਤਾਂ ਨੇ ਜਿਸ ਤਰ੍ਹਾਂ ਨਾਲ ਜ਼ਿਆਦਾਤਰ ਜਿਹੜੇ ਮਿਡਲ ਕਲਾਸ ਲੋਕ ਨੇ, ਗਰੀਬ ਲੋਕ ਨੇ, ਜਿਹੜੇ ਗਰਭਵਤੀ ਔਰਤਾਂ ਨੇ ਆਪਣਾ ਇਲਾਜ ਲਈ ਜਿਹੜੇ ਸਿਵਲ ਹਸਪੀਟਲ 'ਚ ਜਾਂਦੇ ਨੇ, ਜਿਸ ਤਰ੍ਹਾਂ ਨਾਲ ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਜੱਚਾ ਬੱਚਾ ਹਸਪੀਟਲ ਵਰਧਮਾਨ ਦੇ ਵਿੱਚ ਚੱਲ ਰਿਹਾ ਸੀ, ਉਹ ਸਿਰਫ ਕੋਵਿਡ ਦਾ ਹਸਪੀਟਲ ਬਣ ਚੁੱਕਿਆ। ਲੁਧਿਆਣਾ ਸਿਵਲ ਹਸਪੀਟਲ ਦੇ ਵਿੱਚ ਵੀ ਕੋਵਿਡ ਦੇ ਕੇਸ ਨੇ, ਉੱਥੇ ਵੀ ਲੋਕ ਜਾਣੋਂ ਕਾਫੀ ਡਰਦੇ ਨੇ। ਲੇਕਿਨ ਅਸੀਂ ਇਹਨਾਂ ਗੱਲਾਂ ਦੇ ਨਾਲ ਇਹ ਵੀ ਗੱਲ ਕਰਾਂਗੇ ਕਿੰਨੇ ਕੁ ਜਿਹੜੀਆਂ ਗਰਭਵਤੀ ਔਰਤਾਂ ਨੇ ਕਰੋਨਾ ਨਾਲ ਪ੍ਰਭਾਵਿਤ ਹੋ ਰਹੀਆਂ ਨੇ, ਕੀ ਉਹਨਾਂ ਦੇ ਗਰਭ ਵਿੱਚ ਪਾਲਣ ਵਾਲਾ ਬੱਚਾ ਵੀ ਇਸ ਨਾਲ ਪ੍ਰਭਾਵਿਤ ਹੋ ਰਿਹਾ, ਤੇ ਹੁਣ ਤੱਕ ਜਿੰਨੇ ਕੇਸਾਂ ਨੇ ਗੱਲ ਕਰਾਂਗੇ ਮੈਡਮ ਸੀਮਾ ਕੌਸ਼ਲ ਜੀ ਨਾਲ। हाँ जी, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਜਦ ਤੋਂ ਆਪਾਂ ਜ਼ਿਆਦਾ ਲੋਕਡਾਊਨ ਬੰਦ ਹੋਇਆ ਤੇ ਲੋਕਾਂ ਦੀ ਆਵਾਜਾਈ ਵਧੀ ਹੈ, ਉਹਦੇ ਨਾਲ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਪਹਿਲਾਂ ਵੀ ਬਹੁਤ ਜ਼ਿਆਦਾ ਖਤਰਾ ਸੀ। ਅਸੀਂ ਬਾਰ-ਬਾਰ ਪ੍ਰੈਗਨੈਂਟ ਲੇਡੀਜ਼ ਨੂੰ ਹਮੇਸ਼ਾ ਕਹਿੰਦੇ ਰਹੇ ਵੀ ਉਹ ਘਰੋਂ ਘੱਟ ਤੋਂ ਘੱਟ ਬਾਹਰ ਨਿਕਲਣ, ਜ਼ਰੂਰਤ ਪੈਣ ਤੇ ਹੀ ਹਸਪਤਾਲ ਜਾਣ, ਪਰ ਕਿਉਂਕਿ ਲੋਕੀ ਆਪਣੇ ਮੁਤਾਬਿਕ ਹੀ ਚੱਲਦੇ ਨੇ, ਇਹਨਾਂ ਹਦਾਇਤਾਂ ਦੀ ਬਹੁਤ ਜ਼ਿਆਦਾ ਪਾਲਣਾ ਨਹੀਂ ਕਰਨ ਕਰਕੇ ਬਹੁਤ ਜ਼ਿਆਦਾ ਪ੍ਰੈਗਨੈਂਟ ਲੇਡੀਜ਼ ਸਿਵਲ ਹਸਪੀਟਲ ਵਿੱਚ ਵੈਸੇ ਹੀ ਦਿਖਾਣ ਆਉਂਦੀਆਂ ਰਹੀਆਂ। ਔਰ ਕਿਉਂਕਿ ਇਹਦਾ ਸਪਰੈਡ ਹੈ, ਹਿਊਮਨ ਟੂ ਹਿਊਮਨ ਸਪਰੈਡ ਹੈ, ਔਰ ਇਸ ਕਰਕੇ ਉਹਨਾਂ ਨੂੰ ਗਰਭਵਤੀ ਔਰਤਾਂ ਦਾ ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਇੱਕ ਦੂਜੇ ਤੋਂ ਥੋੜਾ ਬਹੁਤ ਸਪਰੈਡ ਹੋਣ ਨਾਲ ਪਿਛਲੇ ਕੁਝ ਦਿਨਾਂ ਵਿੱਚ ਪ੍ਰੈਗਨੈਂਟ ਔਰਤਾਂ ਦੇ ਜਦੋਂ ਅਸੀਂ ਟੈਸਟ ਕੀਤੇ ਤਾਂ ਉਹਨਾਂ ਵਿੱਚ ਇਹ ਪੋਜ਼ਿਟਿਵ ਪਾਇਆ ਗਿਆ। ਕੁਝ ਲੇਟੈਸਟ ਗਵਰਨਮੈਂਟ ਦੀਆਂ ਗਾਈਡਲਾਈਨਸ ਆ ਗਈਆਂ ਨੇ ਕਿ ਹਰ ਪ੍ਰੈਗਨੈਂਟ ਲੇਡੀ ਦਾ ਟੈਸਟ ਕੀਤਾ ਜਾਵੇ। ਇਹ ਵੀ ਇੱਕ ਕਾਰਨ ਹੈ ਕਿ ਹੁਣ ਪ੍ਰੈਗਨੈਂਟ ਲੇਡੀਜ਼ ਦੀ ਸਕਰੀਨਿੰਗ ਅਸੀਂ 100% ਕਰਨ ਲੱਗ ਗਏ ਹਾਂ। ਐਵਰੀ ਪ੍ਰੈਗਨੈਂਟ ਲੇਡੀ ਇਜ਼ ਸੈਂਟ ਫॉर ਕੋਵਿਡ ਟੈਸਟ। ਉਹਦੇ ਨਾਲ ਜੇ ਅਸੀਂ ਰੋਜ਼ ਦਾ 200 ਵੀ ਪੇਸ਼ੈਂਟ ਉੱਥੇ ਆ ਰਿਹਾ, ਅਸੀਂ 200 ਦੇ 200 ਟੈਸਟ ਕਰ ਰਹੇ ਹਾਂ, ਤਾਂ ਉਹਨਾਂ ਵਿੱਚੋਂ 4 ਜਾਂ 5 ਜਾਂ 7 ਪੇਸ਼ੈਂਟਸ ਪੋਜ਼ਿਟਿਵ ਆ ਰਹੇ ਨੇ। ਔਰ ਇਹ ਤੇ ਅਨੁਮਾਨ ਸਾਨੂੰ ਸੀਗਾ ਹੀ ਕਿ ਇਹਨਾਂ ਵਿੱਚੋਂ ਪੋਜ਼ਿਟਿਵ ਆਉਣਗੇ। ਲੇਕਿਨ ਹਾਂ, ਇਹ ਬਹੁਤ ਬੜੀ ਖਤਰੇ ਦੀ ਗੱਲ ਹੈ। ਗਰਭਵਤੀ ਔਰਤ ਨੂੰ, ਪ੍ਰੈਗਨੈਂਟ ਲੇਡੀ ਨੂੰ ਕੋਰੋਨਾ ਦੀ ਇਨਫੈਕਸ਼ਨ ਹੋਣਾ ਮਾਂ ਲਈ ਵੀ ਬਹੁਤ ਜ਼ਿਆਦਾ ਖਤਰਨਾਕ ਹੈ, ਤੇ ਜਿਹੜੇ ਉਹਨਾਂ ਦੇ ਅੱਗੋਂ ਡਿਲੀਵਰ ਕਰਨਗੇ, ਹਾਲਾਂਕਿ ਇਹ ਕਿਤੇ ਸਾਡੇ ਸਟੱਡੀਜ਼ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਮਾਂ ਤੋਂ ਬੱਚੇ ਨੂੰ ਕਰੋਨਾ ਟ੍ਰਾਂਸਫਰ ਹੁੰਦਾ ਹੈ ਜਾਂ ਜਿਹੜੀ ਮਾਂ ਨੂੰ ਕਰੋਨਾ ਹੈ ਉਹਦੇ ਬੱਚੇ ਨੂੰ 100% ਕਰੋਨਾ ਹੋਏਗਾ। ਇਹੋ ਜਿਹਾ ਕੁਝ ਸਟੱਡੀਜ਼ ਹਜੇ ਅਵੇਲੇਬਲ ਨਹੀਂ ਹਨ। ਲੇਕਿਨ ਪ੍ਰੈਗਨੈਂਟ ਔਰਤਾਂ ਦੇ ਵਿੱਚ ਇਸ ਬਿਮਾਰੀ ਦੇ ਪ੍ਰਭਾਵ, ਅਗਰ ਇਹਨਾਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਤੇ ਵਧਣ ਦੇ ਚਾਂਸਸ ਹੁੰਦੇ ਹਨ। ਡਾਕਟਰ ਸਾਹਿਬ, ਕੀ ਕਾਰਨ ਨੇ ਜਿਸ ਤਰ੍ਹਾਂ ਨਾਲ ਸਿਵਲ ਹਸਪੀਟਲ ਦੇ ਵਿੱਚ ਕਾਫੀ ਲੋਕ ਜਾਂਦੇ ਨੇ, ਜਾਂ ਹੋਰ ਲੁਧਿਆਣੇ ਦੇ ਵਿੱਚ ਕੋਈ ਵੀ ਹਸਪੀਟਲ ਨਹੀਂ ਚੱਲ ਰਿਹਾ ਹੈਗਾ, ਜੱਚਾ ਬੱਚਾ ਵੀ ਕੋਵਿਡ ਦਾ ਬਣ ਚੁੱਕਿਆ ਹੈਗਾ, ਤੇ ਕੀ ਉੱਥੇ ਸੋਸ਼ਲ ਡਿਸਟੈਂਸਿੰਗ ਵੀ ਘੱਟ ਆ, ਤੇ ਉੱਥੇ ਕੋਈ ਡਿਮਾਂਡ ਇਸ ਤਰ੍ਹਾਂ ਦੀ ਵੀ ਜਿਹੜਾ ਕਿ ਸ਼ਹਿਰ ਦੇ ਵਿੱਚ ਹੋਰ ਵੀ ਕਿਤੇ ਇਲਾਕਿਆਂ ਦੇ ਵਿੱਚ ਹਸਪੀਟਲ ਨੇ ਉੱਥੇ ਚੱਲ ਸਕਣ, ਉੱਥੇ ਜਿਹੜਾ ਪ੍ਰੈਗਨੈਂਟ ਲੇਡੀ ਜਾ ਸਕਣ, ਆਪਣਾ ਇਲਾਜ ਕਰਾ ਸਕਣ? ਜੀ ਹਾਂ, ਇਹ ਬਹੁਤ ਜ਼ਰੂਰੀ, ਇਟ ਇਜ਼ ਅ ਨੀਡ ਆਫ ਦਾ ਆਰ ਕਿ ਅਸੀਂ ਕਿਉਂਕਿ ਵਰਧਮਾਨ ਜਿਹੜਾ ਇੱਕ ਕਮਿਊਨਿਟੀ ਹੈਲਥ ਸੈਂਟਰ ਵਰਧਮਾਨ ਸੀ, ਉਹਦੇ 'ਚ ਕਾਫੀ ਅੱਛਾ ਡਿਲੀਵਰੀ ਰੇਟ ਸੀ, ਉੱਥੇ ਬਹੁਤ ਅੱਛੀ ਜੱਚਾ ਬੱਚਾ ਕੇਅਰ ਹੋ ਜਾਂਦੀ ਸੀ। ਲੇਕਿਨ ਉਹਨੂੰ ਕੋਵਿਡ ਆਈਸੋਲੇਸ਼ਨ ਵਾਰਡ ਬਣਾਉਣ ਕਰਕੇ ਜਿਹੜਾ ਉਸ ਸਾਰਾ ਲੋਡ ਹੈ ਉਹ, ਕਿਉਂਕਿ ਹੁਣ ਪੂਰੇ ਲੁਧਿਆਣਾ ਵਿੱਚ ਸਿਰਫ ਇੱਕ ਸਿਵਲ ਹਸਪੀਟਲ ਲੁਧਿਆਣਾ ਹੀ ਸਰਕਾਰੀ ਅਦਾਰਾ ਰਹਿ ਜਾਂਦਾ ਹੈ ਜਿੱਥੇ ਡਿਲੀਵਰੀਜ਼ ਔਰ ਫ੍ਰੀ ਐਂਟੀਨੇਟਲ ਚੈੱਕਅਪਸ ਹਨ, ਔਰ ਕੁਝ ਪ੍ਰਾਈਵੇਟ ਹਸਪੀਟਲਸ ਵੱਲੋਂ ਵੀ ਬਹੁਤ ਸੋਚ ਕੇ ਕੇਸ ਲਏ ਜਾ ਰਹੇ ਹਨ। ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਲੱਗ ਗਿਆ ਹੈ, ਜਿਹਦੇ ਕਰਕੇ ਉੱਥੇ ਦੇਖੋ ਜੀ, ਕਿਸੇ ਵੀ ਅਦਾਰੇ ਦੀ ਇੱਕ ਲਿਮਿਟ ਹੈ ਕਿਸੇ ਵੀ ਚੀਜ਼ ਨੂੰ ਉਹਨੂੰ ਸਰਵਿਸਿਜ਼ ਦੇਣ ਲਈ, ਔਰ ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਸੋਸ਼ਲ ਡਿਸਟੈਂਸਿੰਗ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਮੇਨਟੇਨ ਕਰਨੀ ਬਹੁਤ ਔਖੀ ਹੈ ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਲੇਕਿਨ ਲੁਧਿਆਣੇ ਵਿੱਚ 6 CHCਆਂ ਸਰਕਾਰ ਨੇ ਬਣਾਈਆਂ ਸੀ, ਜਿਹਦੇ ਵਿੱਚੋਂ ਸਿਰਫ ਇੱਕ ਵਰਧਮਾਨ ਵਰਕ ਕਰ ਰਹੀ ਸੀ। ਵਰਧਮਾਨ ਨੂੰ ਹੁਣ ਜਦੋਂ ਕੋਵਿਡ ਬਣਾ ਦਿੱਤਾ ਗਿਆ ਹੈ ਤਾਂ ਸਰਕਾਰ ਦਾ ਹੁਣ ਬਹੁਤ ਜ਼ਿਆਦਾ ਇਹ ਕੋਸ਼ਿਸ਼ ਵੀ ਹੈ ਔਰ ਇਹ ਪ੍ਰਯਾਸ ਵੀ ਕੀਤਾ ਜਾ ਰਿਹਾ ਕਿ ਜਵੱਦੀ ਵਾਲੀ CHC ਨੂੰ ਵਰਕਿੰਗ ਕੀਤਾ ਜਾਵੇ ਐਜ਼ अर्ਲੀ ਐਜ਼ ਪੋਸੀਬਲ। ਐਂਡ ਆਈ ਐਮ ਵੈਰੀ ਹੈਪੀ ਕਿ ਉੱਥੇ ਮੈਨੂੰ ਪੋਸਟ ਕਰ ਦਿੱਤਾ ਗਿਆ ਹੈ, ਤੇ ਉਹਦੇ ਵਿੱਚ ਮੇਰੇ ਵੱਲੋਂ ਵੀ ਔਰ ਹਾਇਰ ਅਥਾਰਟੀਜ਼ ਵੱਲੋਂ ਵੀ, ਸਾਡੇ ਇੰਸਟੀਟਿਊਸ਼ਨਸ ਦੇ ਹੈਡਸ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨੂੰ ਵਰਕਿੰਗ ਕੀਤਾ ਜਾਵੇ। ਲੇਕਿਨ ਇੱਕ ਬਹੁਤ ਬੜੀ ਸੱਚਾਈ ਇਹੀ ਹੈ ਕਿ ਵੀ ਆਰ ਰਨਿੰਗ ਸ਼ਾਰਟ ਆਫ ਸਟਾਫ।
ਜੋ ਸਟਾਫ ਸਾਡੇ ਕੋਲ ਆਲਰੇਡੀ ਹੈ ਉਹਦੇ ਵਿੱਚੋਂ ਹੀ ਅਸੀਂ ਆਈਸੋਲੇਸ਼ਨ ਵਾਰਡਸ ਚਲਾ ਰਹੇ ਹਾਂ, ਉਹਦੇ ਵਿੱਚੋਂ ਹੀ ਅਸੀਂ ਫਲੂ ਕਾਰਨਰਸ ਚਲਾ ਰਹੇ ਹਾਂ, ਉਹਦੇ ਵਿੱਚੋਂ ਹੀ ਅਸੀਂ ਕੋਵਿਡ ਵਾਲੀਆਂ ਡਿਲੀਵਰੀਜ਼ ਕਰਨੀਆਂ ਹਨ। ਤਾਂ ਮੇਰੇ ਹਿਸਾਬ ਨਾਲ ਸਰਕਾਰ ਨੂੰ ਸਾਨੂੰ ਸਟਾਫ ਦੇ ਦਿੱਤਾ ਜਾਣਾ ਚਾਹੀਦਾ ਹੈ। ਜਵੱਦੀ ਇੱਕ ਬਹੁਤ ਅੱਛੀ ਜਗ੍ਹਾ ਹੈ, ਉੱਥੇ ਵੀ ਕੈਨ ਸਟਾਰਟ ਅਵਰ ਵਰਕ, ਲੇਕਿਨ ਉਹਦੇ ਵਿੱਚ ਕਿਉਂਕਿ ਸਟਾਫ ਦੀ ਘਾਟ ਹੈ, ਥੋੜਾ ਜਿਹਾ ਸਾਨੂੰ ਸਮਾਨ ਦੀ ਲੋੜ ਹੈ, ਜਿਹਦੇ ਲਈ ਕੁਝ ਐਨਜੀਓਜ਼ ਨੇ ਵੀ ਸਾਨੂੰ ਮਦਦ ਕਰਨ ਦਾ ਵਾਅਦਾ ਕੀਤਾ ਹੈ। ਲੋਕਲ ਜਿਹੜੇ ਸਾਡੇ ਰਾਜਨਾਇਕਸ ਨੇ, ਸਾਡੇ ਪੋਲੀਟੀਸ਼ੀਅਨਸ ਨੇ, ਦੇ ਹੈਵ ਆਲਸੋ ਪ੍ਰੋਮਿਸਡ ਕਿ ਉਹ ਸਾਨੂੰ ਮਦਦ ਕਰਨਗੇ। ਬਟ ਹਜੇ ਪ੍ਰੈਜ਼ੈਂਟ ਇਹੀ ਹੈ ਕਿ ਬਹੁਤ ਜ਼ਿਆਦਾ ਕੋਸ਼ਿਸ਼ਾਂ ਚੱਲ ਰਹੀਆਂ ਹਨ, ਪਰ ਹਜੇ ਉੱਥੇ ਡਿਲੀਵਰੀ ਲਈ ਪੂਰਾ ਸੈਟਅਪ ਨਹੀਂ ਹੈ। ਜਿਹੜਾ ਹੁਣ ਜਿੰਨੀਆਂ ਵੀ ਜਿਹੜੀਆਂ ਗਰਭਵਤੀ ਔਰਤਾਂ ਆ ਰਹੀਆਂ, ਸਭ ਦਾ ਜਿਹੜਾ ਹੈਗਾ ਕਿ ਕੋਵਿਡ ਜਿਹੜਾ ਹੈਗਾ ਡਿਲੀਵਰੀ ਤੋਂ ਪਹਿਲਾਂ ਕੀਤਾ ਜਾਊਗਾ ਟੈਸਟ, ਇਹਦੇ ਬਾਰੇ ਵੀ ਕੋਈ ਇੰਸਟਰਕਸ਼ਨ ਆਇਆ? ਹਾਂਜੀ, ਇਹ ਲੇਟੈਸਟ ਆਇਆ ਹੈ ਔਰ ਇੱਕ ਬਹੁਤ ਅੱਛੀ ਗੱਲ ਹੈ, ਕਿਉਂਕਿ ਇਹਦੇ ਨਾਲ ਸਾਨੂੰ ਗਾਇਨੇਕੋਲੋਜਿਸਟ ਨੂੰ ਵੀ ਬੜਾ ਹੌਸਲਾ ਹੋ ਜਾਏਗਾ ਕਿ ਅਸੀਂ 200 ਮਰੀਜ਼ ਰੋਜ਼ ਦਾ ਦੇਖ ਰਹੇ ਹਾਂ। ਚਾਹੇ ਅਸੀਂ ਬਹੁਤ ਜ਼ਿਆਦਾ ਪਰਸਨਲ ਪ੍ਰੋਟੈਕਸ਼ਨਸ ਲੈ ਕੇ ਵੀ ਦੇਖੀਏ, ਫਿਰ ਵੀ ਇਨਫੈਕਸ਼ਨ ਦਾ ਡਰ ਰਹੇਗਾ ਅਗਰ ਸਾਡੇ ਕੋਲੇ ਪ੍ਰੈਗਨੈਂਟ ਲੇਡੀ ਔਰ ਕੋਵਿਡ ਪੋਜ਼ਿਟਿਵ ਆਂਦੀ ਹੈ। ਸੋ ਇਹ ਬੜਾ ਅੱਛਾ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੇ ਸਾਰੀਆਂ ਪ੍ਰੈਗਨੈਂਟ ਲੇਡੀਜ਼ ਦਾ ਫ੍ਰੀ ਕੋਵਿਡ ਟੈਸਟ ਕਰਨ ਦਾ ਇੱਕ ਗਾਈਡਲਾਈਨ ਪਾਸ ਕੀਤੀ ਹੈ। ਔਰ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਵੀ ਸਾਰੀਆਂ ਪ੍ਰੈਗਨੈਂਟ ਲੇਡੀਜ਼, ਚਾਹੇ ਉਹ ਸਰਕਾਰੀ ਹਸਪਤਾਲ ਵਿੱਚ ਜਾਂਦੀਆਂ ਹਨ, ਚਾਹੇ ਪ੍ਰਾਈਵੇਟ ਦਿਖਾਉਂਦੀਆਂ ਹਨ, I will suggest them to get their COVID test done at Civil Hospital Ludhiana. It is free of cost. ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਹੈ ਔਰ ਉੱਥੇ ਜਾ ਕੇ ਛੋਟਾ ਜਿਹਾ ਟੈਸਟ ਕਰਵਾ ਕੇ ਇਹਦੀ ਤੀਸਰੇ ਦਿਨ ਰਿਪੋਰਟ ਆ ਜਾਂਦੀ ਹੈ ਤੇ ਇਹਦੇ ਲਈ ਮਾਂ ਨੂੰ ਵੀ ਸੁਰੱਖਿਆ, ਘਰ ਦੇ ਬਾਕੀ ਮੈਂਬਰਸ ਨੂੰ ਵੀ ਇਹਦੇ ਲਈ ਆਈ ਥਿੰਕ ਇਟ ਇਜ਼ ਅ ਵੈਰੀ ਗੁੱਡ ਥਿੰਗ। ਔਰ ਜਦੋਂ ਉਹ ਆਪਣੇ ਗਾਇਨੇਕੋਲੋਜਿਸਟ ਕੋਲ ਜਾਂਦੀਆਂ ਨੇ ਤੇ ਗਾਇਨੇਕੋਲੋਜਿਸਟ ਲਈ ਵੀ ਇਹ ਬੜਾ ਅੱਛਾ ਪ੍ਰੋਟੈਕਟਿਵ ਮੇਜਰ ਹੋ ਜਾਏਗਾ। ਕਿੰਨੇ ਕੁ ਜਿਹੜੇ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ, ਕਿੰਨੇ ਕੁ ਡਿਲੀਵਰੀ ਕੇਸ ਸਿਵਲ ਹਸਪੀਟਲ ਜਾਂਦੇ ਸੀਗੇ ਤੇ ਹੁਣ ਕਿੰਨਾ ਕੁ ਕੀ ਵਧੇ ਨੇ ਕੇਸ ਹੁਣ ਉੱਥੇ ਜਿਹੜੀਆਂ ਗਰਭਵਤੀ ਔਰਤਾਂ ਦੇ, ਜਾਂ ਹੁਣ ਘੱਟ ਹੋਏ ਨੇ, ਲੋਕਾਂ ਦੇ ਵਿੱਚ ਡਰ ਇੰਨਾ ਹੈਗਾ, ਇਹਦੇ ਬਾਰੇ ਕੀ? ਦੋਨੋਂ ਗੱਲਾਂ ਹਨ। ਲੋਕਾਂ ਵਿੱਚ ਡਰ ਤਾਂ ਹੈ, ਜਿਹੜੇ ਥੋੜੇ ਸੂਝਵਾਨ ਲੋਕ ਨੇ ਜਾਂ ਜਿਹੜੇ ਥੋੜੇ ਜਿਹੇ ਵੀ ਇਸ ਗੱਲ ਨੂੰ ਲੈ ਕੇ ਚੱਲ ਰਹੇ ਨੇ ਕਿ ਅਸੀਂ ਸਿਵਲ ਨਹੀਂ ਜਾਣਾ ਕਿਉਂਕਿ ਉੱਥੇ ਕੋਵਿਡ ਦੇ ਪੇਸ਼ੈਂਟਸ ਆਉਂਦੇ ਨੇ, ਉਹ ਕੋਸ਼ਿਸ਼ ਤਾਂ ਇਹ ਕਰਦੇ ਨੇ ਕਿ ਅਸੀਂ ਪ੍ਰਾਈਵੇਟ ਵਿੱਚ ਡਿਲੀਵਰੀ ਕਰਾ ਲਈਏ, ਸਾਨੂੰ ਨਾ ਹੀ ਜਾਣਾ ਪਵੇ ਸਿਵਲ ਵਿੱਚ। ਪਰ ਦੇਖੋ ਜੀ, ਪ੍ਰਾਈਵੇਟ ਵਿੱਚ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ। ਉੱਥੇ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ, ਉਹਨਾਂ ਕੋਲ ਇੰਨਾ ਅਫੋਰਡੇਬਿਲਟੀ ਹੈ ਕਿ ਨਹੀਂ ਹੈ, ਤੇ ਜਾਂ ਜਿਹੜੇ ਡਾਕਟਰ ਨੇ ਉਹਨਾਂ ਨੂੰ ਸਰਵਿਸਿਜ਼ ਦੇਣੀਆਂ ਨੇ, ਉਹ ਡਾਕਟਰ ਉਹ ਸਰਵਿਸ ਪ੍ਰੋਵਾਈਡ ਕਰਨ ਲਈ ਤਿਆਰ ਹੈ ਕਿ ਨਹੀਂ ਹੈ। ਪ੍ਰਾਈਵੇਟ 'ਚ ਇਹ 3-4 ਗੱਲਾਂ ਬਹੁਤ ਇੰਪੋਰਟੈਂਟ ਨੇ। ਸਿਵਲ ਹਸਪੀਟਲ 'ਚ ਡੈਫੀਨੇਟਲੀ ਵਰਕਲੋਡ ਵੱਧ ਗਿਆ ਹੈ। ਸਾਡੀ ਓਪੀਡੀ, ਮੈਂ ਕਾਫੀ ਦੇਰ ਤੋਂ ਉੱਥੇ ਓਪੀਡੀ ਕਰਦੀ ਹਾਂ, ਸਾਡੀ ਓਪੀਡੀ ਡੈਫੀਨੇਟਲੀ ਇਨਕਰੀਜ਼ ਹੋਈ ਹੈ। ਕੁਝ ਮਾਈਗ੍ਰੈਂਟ ਪੋਪੂਲੇਸ਼ਨ ਚਲੀ ਗਈ ਸੀ ਲੁਧਿਆਣੇ ਵਿੱਚੋਂ, ਉਹਦੇ ਕਰਕੇ ਹੋ ਸਕਦਾ ਸੀ, ਸਾਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਡਿਲੀਵਰੀ ਰੇਟ ਘਟ ਜਾਏਗਾ, ਬਟ ਕਿਉਂਕਿ ਇਹ ਸਾਡਾ ਬਹੁਤ ਪੀਕ ਸੀਜ਼ਨ ਚੱਲ ਰਿਹਾ, ਪ੍ਰਾਈਵੇਟ ਵਿੱਚ ਸਰਵਿਸਿਜ਼ ਨਾ ਮਿਲਣ ਕਰਕੇ ਔਰ ਖਰਚਾ ਜ਼ਿਆਦਾ ਹੋਣ ਕਰਕੇ ਬਹੁਤ ਪੰਜਾਬੀ ਪੇਸ਼ੈਂਟ, ਈਵਨ ਪਹਿਲਾਂ ਜਿਹੜੇ ਪੰਜਾਬੀ ਮਿਡਲ ਕਲਾਸ ਲੋਕ ਸੀ ਨਹੀਂ ਆਉਂਦੇ ਸੀ ਸਿਵਲ ਵਿੱਚ, ਉਹ ਪ੍ਰਾਈਵੇਟ ਹੀ ਪ੍ਰੈਫਰ ਕਰਦੇ ਸੀ। ਬਟ ਹੁਣ ਅਸੀਂ ਨੋਟਿਸ ਕੀਤਾ ਕਿ ਪਿਛਲੇ ਕੁਝ 15-20 ਦਿਨਾਂ ਤੋਂ ਪੰਜਾਬੀ ਪੇਸ਼ੈਂਟ ਵੀ ਸਿਵਲ ਹਸਪੀਟਲ ਵਿੱਚ ਆ ਕੇ ਡਿਲੀਵਰੀ ਕਰਵਾ ਰਿਹਾ ਹੈ। ਕਿਸ ਤਰ੍ਹਾਂ ਜਿਹੜੀਆਂ ਗਰਭਵਤੀ ਔਰਤਾਂ ਆਪਣਾ ਧਿਆਨ ਰੱਖਣ ਵੀ ਕੋਵਿਡ ਤੋਂ ਬਚਣ ਲਈ, ਉਹਦੇ ਲਈ ਕੀ ਕਰਨਾ? ਦੇਖੋ ਜੀ, ਅਸੀਂ ਡੇ 1 ਤੋਂ ਹਰ ਇੱਕ ਪ੍ਰੈਗਨੈਂਟ ਲੇਡੀ ਜਿਹੜੀ ਪ੍ਰੈਗਨੈਂਟ ਹੋਈ ਹੈ ਔਰ ਸਾਰੀਆਂ ਆਸ਼ਾ ਵਰਕਰਸ ਨੂੰ, ਸਾਰੀਆਂ ANMs ਨੂੰ ਇਹ ਗਾਈਡਲਾਈਨਸ ਦਿੱਤੀਆਂ ਨੇ ਕਿ ਪ੍ਰੈਗਨੈਂਟ ਲੇਡੀ ਨੂੰ ਜਿੰਨਾ ਵੀ ਉਹ ਜੋ ਫਸਟ ਕੇਅਰ ਸਰਵਿਸ ਹੈ, ਜੋ ਅਸੀਂ ਮੁੱਢਲੀ ਸਹਾਇਤਾ ਜਾਂ ਮੁੱਢਲਾ ਉਹਦਾ ਚੈੱਕਅਪ ਹੈ, ਉਹ ਉਹਨਾਂ ਦੇ ਸੈਂਟਰਸ ਵਿੱਚ ਹੀ ਕਰ ਦਿੱਤਾ ਜਾਵੇ। ਉਹਨਾਂ ਨੂੰ ਸਿਵਲ ਹਸਪੀਟਲ ਨਾ ਭੇਜਿਆ ਜਾਵੇ। ਉਹਨਾਂ ਦਾ ਟੀਕਾਕਰਨ, ਉਹਨਾਂ ਦੀਆਂ ਦਵਾਈਆਂ ਉਹ ਹਰ ਸਬ ਸੈਂਟਰ ਤੇ ਅਵੇਲੇਬਲ ਹਨ। ਹਰ ਆਸ਼ਾ ਵਰਕਰ ਨੂੰ ਮੇਰੇ ਵੱਲੋਂ ਇਹ ਇੱਕ ਹਿਦਾਇਤ ਹੈ ਜਾਂ ਮੇਰੇ ਵੱਲੋਂ ਇੱਕ ਸੁਝਾਅ ਹੈ ਕਿ ਜਦੋਂ ਤੱਕ ਲੇਡੀ ਨੂੰ ਕੋਈ ਐਮਰਜੈਂਸੀ ਨਹੀਂ ਹੈ, ਤੁਹਾਨੂੰ ਲੱਗ ਰਿਹਾ ਹੈ ਕਿ ਵਾਕਈ ਹੀ ਇਸ ਨੂੰ ਸਿਵਲ ਹਸਪੀਟਲ ਲੈ ਕੇ ਜਾਣਾ ਚਾਹੀਦਾ, ਉਦੋਂ ਤੱਕ ਉਹਨਾਂ ਦੀ ਲੋਕਲ ਸਬ ਸੈਂਟਰ ਵਿੱਚ ANM ਤੇ ਆਸ਼ਾ ਭੈਣ ਜੀ ਵੱਲੋਂ ਹੀ ਚੈੱਕਅਪ ਕੀਤਾ ਜਾਵੇ। ਉਹਨਾਂ ਦੇ ਟੈਸਟ ਜਿਹੜੇ ਹਨ ਉਹ ਇੱਕ ਵਾਰੀ ਆ ਕੇ ਜਿੱਥੇ ਜਿੱਥੇ ਉਹਨਾਂ ਦੀ ਫੈਸਿਲਿਟੀ ਹੈ ਉੱਥੋਂ ਕਰਵਾ ਲਿੱਤੇ ਜਾਣ। ਔਰ ਹੁਣ ਤੇ ਸਰਕਾਰ ਵੱਲੋਂ ਜਗ੍ਹਾ ਜਗ੍ਹਾ ਕੈਂਪ ਲਗਾਏ ਜਾ ਰਹੇ ਹਨ। they need not to come to the civil hospital for their test even। ਜਿਹੜੇ ਕੋਵਿਡ ਟੈਸਟ ਨੇ ਉਹ ਉਸੇ ਇਲਾਕੇ ਵਿੱਚ ਕੈਂਪ ਲਗਾ ਕੇ ਸਾਡੇ ਫੈਸਿਲਿਟੀ ਦੇ ਡਾਕਟਰਸ ਜਾ ਕੇ ਉੱਥੇ ਉਹਨਾਂ ਦੇ ਟੈਸਟ ਕਰ ਰਹੇ ਹਨ। ਇਸ ਕਰਕੇ ਉਹਨਾਂ ਨੂੰ ਕਰੋਨਾ ਦਾ ਟੈਸਟ ਕਰਾਉਣ ਲਈ ਵੀ ਸ਼ਾਇਦ ਸਿਵਲ ਹਸਪੀਟਲ ਆਉਣ ਦੀ ਲੋੜ ਨਹੀਂ ਹੈ। ਤਾਂ ਮੇਰੇ ਵੱਲੋਂ ਇਹੀ ਹੈ ਕਿ ਆਪਣੀ ਪ੍ਰੈਗਨੈਂਟ ਲੇਡੀਜ਼ ਘੱਟ ਤੋਂ ਘੱਟ ਹਸਪਤਾਲਾਂ ਵਿੱਚ ਜਾਣ, ਆਪਣਾ ਆਇਰਨ, ਕੈਲਸ਼ੀਅਮ ਔਰ ਬਹੁਤ ਹੀ ਪੌਸ਼ਟਿਕ ਆਹਾਰ ਜਿਹਦੇ ਵਿੱਚ ਪੁੰਗਰਿਤ ਦਾਲਾਂ ਹਨ,
ਸੋਇਆਬੀਨ ਦੀਆਂ ਬੜੀਆਂ ਹਨ, ਭੁੰਨੇ ਹੋਏ ਚਨੇ ਖਾ ਸਕਦੀਆਂ ਹਨ, ਸਾਬਤ ਦਾਲਾਂ ਜ਼ਿਆਦਾ ਖਾਧੀਆਂ ਜਾਣ, ਦੁੱਧ ਦਹੀਂ, ਔਰ ਅਗਰ ਉਹ ਨਾਨ ਵੈਜ ਖਾਂਦੀਆਂ ਹਨ ਤਾਂ ਅੰਡੇ ਦਾ ਪ੍ਰਯੋਗ ਕਰ ਸਕਦੇ। ਬਿਲਕੁਲ ਮੈਡਮ ਡਾਕਟਰ ਸੀਮਾ ਕੌਸ਼ਲ ਨੇ ਸਾਨੂੰ ਦੱਸਿਆ ਹੈਗਾ ਜਿਹੜਾ ਗਰਭਵਤੀ ਔਰਤਾਂ ਦਾ ਸਭ ਤੋਂ ਗੱਲ ਇਹ ਹੈਗੀ ਸਾਰੇ ਸਰਕਾਰੀ ਸਕਦੀਆਂ ਨੇ ਤੇ ਕੋਵਿਡ ਦਾ ਟੈਸਟ ਵੀ ਗਰਭਵਤੀ ਔਰਤਾਂ ਦਾ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈਗਾ। ਸੋ ਡਾਕਟਰ ਵੱਲੋਂ ਗਰਭਵਤੀ ਔਰਤਾਂ ਨੂੰ ਚੰਗੀ ਸਲਾਹ ਦਿੱਤੀ ਗਈ ਆ ਭੀੜ ਭਾੜੇ ਵਾਲੇ ਇਲਾਕਿਆਂ 'ਚ ਨਾ ਜਾਣ, ਕਿਤੇ ਵੀ ਘਰੇ ਰਹਿਣ, ਜਿਹੜਾ ਪੌਸ਼ਟਿਕ ਆਹਾਰ ਲੈਣ ਤਾਂ ਜੋ ਕਰੋਨਾ ਦੀ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਕੋਵਿਡ ਦੇ ਟੈਸਟ ਹੋਏ ਨੇ ਉਹਨਾਂ ਦੇ ਵਿੱਚ ਗਰਭਵਤੀ ਔਰਤਾਂ ਜ਼ਿਆਦਾ ਆਈਆਂ ਨੇ। ਸੋ ਇਸ ਕਰਕੇ ਜਿੰਨਾ ਉਹ ਧਿਆਨ ਰੱਖਣਗੀਆਂ ਉਹ ਇਸ ਕੋਵਿਡ ਤੋਂ ਜਿਹੜੀ ਬਿਮਾਰੀ ਆ ਜਿਹੜੀ ਮਹਾਮਾਰੀ ਤੋਂ ਬਚ ਸਕਣਗੀਆਂ ਤੇ ਆਪਣੇ ਬੱਚੇ ਨੂੰ ਵੀ ਬਚਾ ਸਕਣਗੀਆਂ। ਸੋ ਧਿਆਨ ਰੱਖਣ ਦੀ ਲੋੜ ਆ, ਸਾਵਧਾਨੀ ਵਰਤਣ ਦੀ ਲੋੜ ਆ। ਜਿਸ ਤਰ੍ਹਾਂ ਬਾਰ-ਬਾਰ ਸਰਕਾਰਾਂ ਵੱਲੋਂ ਵੀ ਕਿਹਾ ਜਾ ਰਿਹਾ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਓ। ਜੇਕਰ ਹੁਣ ਬਾਜ਼ਾਰ ਵੀ ਖੁੱਲ੍ਹੇ ਨੇ ਜ਼ਰੂਰਤ ਦੇ ਤੋਂ ਬਿਨਾਂ ਕਿਤੇ ਬਾਹਰ ਨਾ ਨਿਕਲੋ। ਲਗਾਤਾਰ ਜਿਸ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਜੀ ਲੋਕਡਾਊਨ ਤੇ ਕਰਫਿਊ ਦੌਰਾਨ ਲੋਕ ਘਰਾਂ ਦੇ ਵਿੱਚ ਹੀ, ਲੇਕਿਨ ਹੁਣ ਘਰਾਂ ਤੋਂ ਲੋਕ ਬਾਹਰ ਆ ਰਹੇ ਨੇ। ਇਹ ਉਸੇ ਤਰ੍ਹਾਂ ਨਾਲ ਜਿਹੜਾ ਕਰੋਨਾ ਵੀ ਲਗਾਤਾਰ ਵੱਧ ਰਿਹਾ ਹੈਗਾ, ਪ੍ਰਕੋਪ ਉਸਦਾ ਵੱਧ ਰਿਹਾ। ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਜਿਸ ਤਰ੍ਹਾਂ ਨਾਲ ਕਾਫੀ ਕੇਸ ਆਏ ਨੇ, WHO ਦੀ ਸਟੱਡੀ ਵੀ ਸਾਹਮਣੇ ਆਈ ਆ, ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਵੀ ਜੂਨ ਤੇ ਜੁਲਾਈ ਦੇ ਵਿੱਚ ਇਸ ਦਾ ਪ੍ਰਕੋਪ ਜ਼ਿਆਦਾ ਰਹੂਗਾ। ਸੋ ਲੋਕ ਘਰਾਂ 'ਚ ਰਹਿਣ, ਸੇਫ ਰਹਿਣ, ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਓ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ।